ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੁੱਝਣਾ ਇਹ ਪਵਿੱਤਰ ਖਿਆਲ ਬਾਣੀ ਵਿੱਚ ਵਾਰ-ਵਾਰ ਆਉਂਦਾ ਹੈ। ਬੁੱਝਣਾ ਕੀ ਹੈ? ਪੜ੍ਹਨਾ ਤੇ ਵਿਚਾਰਨਾ ਤ੍ਰੈਗੁਣੀ ਕਰਮ ਹਨ, ਭਾਵੇਂ ਕਿ ਸਤੋਗੁਣੀ ਹਨ। ਬੁੱਝਣਾ ਰੂਹਾਨੀ ਹੈ। ਗੁਰੂ ਭੇਟਾ ਤੋਂ ਬਿਨਾਂ ਬੁੱਝਣਾ ਨਹੀਂ ਹੁੰਦਾ। ਕਿਸੇ ਚੀਜ਼ ਨੂੰ ਜਾਣ ਲੈਣਾ, ਨੌਲੇਜ ਹੋ ਜਾਣੀ ਸੰਸਾਰੀ ਕਰਮ ਹੈ, ਪਰ ਬੁੱਝਣ ਲਈ ਰੂਹਾਨੀ ਹੋਣਾ ਜ਼ਰੂਰੀ ਹੈ। ਵਿਚਾਰ ਕਰਨ ਵਾਲੇ ਬਿਟਵੀਨ ਦਾ ਲਾਈਨਸ ਪੜ੍ਹਦੇ ਹਨ, ਪਰ ਬੁੱਝਣ ਵਾਲਾ ਬਿਹਾਈਂਡ ਦਾ ਲਾਈਨਸ ਪੜ੍ਹਦਾ ਹੈ। ਸਭ ਨੂੰ ਗਿਆਤ ਹੈ ਕਿ ਰੱਬ ਅੰਦਰ ਹੈ, ਪਰ ਪ੍ਰਤੀਤ ਨਹੀਂ ਹੈ। ਸੰਤ ਨੂੰ ਰੱਬ ਹਰ ਵਕਤ ਅੰਦਰ ਫੀਲ ਪ੍ਰਤੀਤ ਹੁੰਦਾ ਹੈ। ਇਹ ਖਿਆਲ ਦਾ ਪ੍ਰੈਕਟੀਕਲ ਰੂਪ ਹੈ। ਗੁਰੂ ਵਾਕ ਹੈ, वेद पाठ संसार की कार, पढ़ पढ़ पंडित करे विचार, बिन बूझे सब होए खुआर। विद्वान कथा कीर्तन करता है पर बुझदा नहीं है, भगत ये सब कर्म करता होया बुझदा भी है। एक फारसी का शेर इस रमज नूं इउं खोलदा है, अल्फाजो मायने में तो आफत नहीं, लेकिन मुल्ला की आजान और मुजाहिद की अजा और परवाज है दोनों की एक ही फजा में। किरगिज का जहां और है शाही का जहां और, किरगिज गिरज शाहीबाज बहरी आद पंछी। जपजी साहिब सारे ही सिख पढ़ते सुनते हैं, पर भाई राजोआना ने बुझ लिया, बाकी नहीं बुझते। वो कतल करे सच ही आखी जा रहा है कि मैं कीता है। गुरबाणी सच बोलना ही तां सिखाउंदी है। शहीद होने वाला मंसूर रब नूं अंदरों समझ के अनहल हक दा होका दिंदा है। बाकी मुस्लिम कुरान नूं पढ़दे होए, नमाज करते होए भी नहीं बुझदे। भाई तारू सिंह सच कह रहा है कि भुखे नूं रोटी खानी कोई गुनाह नहीं है। सिंह जंगलां 'ਚ ਰਹਿੰਦੇ ਸਨ ਤੇ ਗੌਰਮੈਂਟ ਬਾਗੀ ਸਮਝਦੀ ਸੀ। ਖੋਪਰੀ ਉਤਰਾਉਣ ਨੂੰ ਤਰਜੀਹ ਦਿੱਤੀ। ਮੁਜਾਹਿਦ ਨਵਾਜ਼ ਤੋਂ ਸੱਚ ਪਕੜ ਕੇ ਜਿਹਾਦ ਕਰਦਾ ਹੈ ਤੇ ਮੁੱਲਾ ਕੇਵਲ ਪੜ੍ਹਦਾ ਹੈ ਤੇ ਵੱਢੀ ਲੈ ਕੇ ਕਾਜੀ ਨਾਲ ਮਿਲ ਕੇ ਝੂਠੇ ਰਾਜੇ ਦਾ ਹਾਮੀ ਬਣਦਾ ਹੈ। ਕਰਮ ਧਰਮ ਅਗਰ ਬੁੱਝ ਕੇ ਕੀਤੇ ਜਾਣ ਤਾਂ ਮੁਬਾਰਕ ਹਨ, ਪਰ ਬਿਨ ਬੁੱਝੇ ਕਰਮ ਕਮਾਵਣੇ ਜਨਮ ਪਦਾਰਥ ਖੋਏ। ਅਸਾਂ ਗੁਰਬਾਣੀ ਪੜ੍ਹ ਸੁਣ ਕੇ, ਸੰਗਤ ਕਰਕੇ, ਜਪ ਕਰਕੇ ਇੱਕ ਨੂੰ, ਰੱਬ ਨੂੰ, ਨਾਮ ਨੂੰ ਬੁੱਝਣਾ ਹੈ। ਇੱਕ ਵਸਤ ਬੁੱਝੇ ਤਾਂ ਹੋਵੇ ਪਾਕ, ਬਿਨ ਬੁੱਝੇ ਤੂੰ ਸਦਾ ਨਾ ਪਾਕ। ਜਿਵੇਂ ਬੱਚਿਆਂ ਨੂੰ ਬਾਤ ਪਾਈ ਜਾਂਦੀ ਹੈ, ਉਹ ਬੁੱਝਦੇ ਹਨ। ਨਿੱਕਾ ਜਿਹਾ ਸਿਪਾਹੀ ਉਸ ਦੀ ਫੜ ਕੇ ਨਿੱਕਰ ਲਾਈ, ਜਵਾਬ ਹੈ ਕੇਲਾ। ਪਰ ਕੇਲਾ ਸ਼ਬਦ ਤਾਂ ਕਿਧਰੇ ਆਇਆ ਨਹੀਂ। ਇਹ ਬੁੱਝਣਾ ਹੈ। ਸ਼ਬਦਾਂ ਮਾਹੇ ਵਖਾਣੀਏ ਵਿਰਲਾ ਤਾਂ ਬੁੱਝੇ ਕੋਏ। ਲਿਖਿਆ ਵਖਾਣਿਆ ਤਾਂ ਸ਼ਬਦਾਂ 'ਚ ਹੀ ਜਾਂਦਾ ਹੈ, ਪਰ ਅਸਲੀ ਅਰਥ ਬੁੱਝਣਾ ਪੈਂਦਾ ਹੈ। ਦੇਖਾ ਦੇਖੀ ਸਭ ਕਰੇ, ਮਾਨਮੁਖ ਬੂਝ ਨਾ ਪਾਏ। ਸੰਸਾਰ ਸੰਤਾਂ ਦੀ ਨਕਲ ਕਰਦਾ ਹੋਇਆ ਕਰਮ ਧਰਮ ਕਰਦਾ ਹੈ, ਪਰ ਬੂਝ ਕੋਈ ਹੁੰਦੀ ਨਹੀਂ। ਸੰਤ ਇੱਕ ਦੇ ਨਿਮਿਤ ਕਰਦਾ ਹੈ, ਅਸੀਂ ਲੋਕ ਦੂਜੇ ਭਾਉ 'ਚ ਕਰਦੇ ਹਾਂ। ਦੂਜਾ ਭਾਉ ਹਉਮੈ ਨਾਲ ਜੁੜਿਆ ਹੈ। ਹਉਮੈ ਦੇ ਗੁਬਾਰ 'ਚ ਕੋਈ ਬੁੱਝ ਹੀ ਨਹੀਂ ਸਕਦਾ। ਹਉਮੈ ਵੱਡਾ ਗੁਬਾਰ ਹੈ, ਹਉਮੈ ਵਿੱਚ ਬੁੱਝ ਨਾ ਸਕੇ ਕੋਈ। ਗੁਰੂ ਜੀ ਸਾਨੂੰ ਪਸ਼ੂ ਕਹਿ ਰਹੇ ਹਨ ਜੇ ਅਸੀਂ ਨਹੀਂ ਬੁੱਝਦੇ। ਬਿਨ ਬੁੱਝੇ ਪਸ਼ੂ ਕੀ ਨਿਆਈ, ਭਰਮ ਮੋਹ ਵਿਆਪਿਓ ਮਾਇਆ। ਸਾਡੇ ਸਾਰੇ ਧਾਰਮਿਕ ਕਰਮ ਕਰਦਾ ਹੋਇਆ ਵੀ ਮਨੁੱਖ ਦੁਖੀ ਹੈ, ਕਿਉਂਕਿ ਸੰਧਿਆ ਤਰਪਣ ਕਰੇ ਗਾਇਤਰੀ, ਬਿਨ ਬੁੱਝੇ ਦੁੱਖ ਪਾਇਆ। ਬੁੱਝਣਾ ਗੁਰੂ ਮਲਾਪ ਭੇਟਾ ਤੋਂ ਬਾਅਦ ਹੁੰਦਾ ਹੈ। ਭੇਟਾ ਤੋਂ ਬਾਅਦ ਨਿਰਮਲ ਭਾਉ ਅਤੇ ਵਿਵੇਕ ਪ੍ਰਗਟ ਹੁੰਦੇ ਹਨ। ਵਿਵੇਕ ਨਾਲ ਹੀ ਬੁੱਝਣਾ ਆਉਂਦਾ ਹੈ। ਸੰਸਾਰੀ ਚੁਤਰਾਈ ਵਾਲੀ, ਤਿਕੜਮ ਵਾਲੀ ਬੁੱਧੀ ਸਮਝ ਤਾਂ ਸਕਦੀ ਹੈ, ਪਰ ਬੁੱਝ ਨਹੀਂ ਸਕਦੀ। ਬੁੱਝਣਾ ਨਿਰਮਲ ਕਰਮ ਹੈ। ਜਿਵੇਂ ਅਖਰੋਟ, ਬਦਾਮ ਬਾਹਰੋਂ ਖੋਲ 'ਚ ਢੱਕੇ ਹੋਏ ਹਨ, ਉਵੇਂ ਹੀ ਵੇਦ, ਉਪਨਿਸ਼ਦ, ਗੀਤਾ, ਗੁਰਬਾਣੀ, ਕੁਰਾਨ ਬਾਹਰੋਂ ਭਾਵੇਂ ਸ਼ਬਦਾਂ ਦੀ ਚਾਦਰ ਓੜੀ ਹੈ, ਪਰ ਬੁੱਝਣ ਤੇ ਮਤਲਬ ਹੋਰ ਨਿਕਲਦਾ ਹੈ। ਜਦੋਂ ਗੁਰੂ ਭੇਟਾ ਨਾਲ ਅੰਦਰਲੀ ਅਵਸਥਾ ਉਲਟ ਜਾਂਦੀ ਹੈ ਤਾਂ ਬੁੱਝਣਾ ਹੁੰਦਾ ਹੈ। ਸਤਿਗੁਰ ਮਿਲਿਆ ਉਲਟੀ ਪਈ ਭਾਈ, ਜੀਵਤ ਮਰੇ ਤਾਂ ਬੂਝ ਪਾਏ। ਕਬੀਰ ਜੀ ਨੇ ਬੇਅੰਤ ਬੁਝਾਰਤਾਂ ਗੁਰਬਾਣੀ 'ਚ ਪਾਈਆਂ ਹਨ।
ਇਹਨਾਂ ਸਭ ਨੂੰ ਉਹ ਬੁੱਝੇਗਾ ਜਿਸ ਦੀ ਦੁਨਿਆਵੀ ਮਤ ਹਉਮੈ ਖੋ ਕੇ ਉਲਟੀ ਹੋ ਗਈ ਹੈ, ਗੁਰੂ ਪਰਾਇਣ ਹੋ ਗਈ ਹੈ। ਮਹਾਤਮਾ ਗਾਂਧੀ ਨੇ ਦਸ਼ਮੇਸ਼ ਜੀ ਬਾਰੇ ਚ ਗਲਤ ਬਿਆਨਬਾਜ਼ੀ ਕੀਤੀ। ਇਹ ਇਸ ਲਈ ਹੋਇਆ ਕਿਉਂਕਿ ਗਾਂਧੀ ਸਤੋਗੁਣੀ ਸੀ, ਸੱਚ ਬੋਲਦਾ ਸੀ, ਪਰ ਅੰਦਰੋਂ ਅਵਸਥਾ ਉਲਟ ਕੇ ਰੂਹਾਨੀ ਨਹੀਂ ਬਣੀ ਸੀ। ਸਤੋਗੁਣੀ ਵੀ ਮਾਇਆ ਦਾ ਹੀ ਬਰੀਕ ਰੂਪ ਹੈ। ਸੰਸਾਰ ਸਤੋਗੁਣ ਵਾਲਿਆਂ ਨੂੰ, ਰੂਹਾਨੀ ਬੰਦਿਆਂ ਨੂੰ, ਮਹਾਂਪੁਰਸ਼ਾਂ ਨੂੰ ਇੱਕੋ ਸਮਝ ਲੈਂਦਾ ਹੈ। ਸਰਵਣ ਭਗਤੀ ਸਤੋਗੁਣੀ ਸੀ। ਵਿਰਲਾ ਹੀ ਅਜਿਹੀ ਸੇਵਾ ਕਰਦਾ ਹੈ। ਹੋਵੇ ਸਰਵਣ ਵਿਰਲਾ ਕੋਈ, ਭਾਈ ਗੁਰਦਾਸ ਜੀ। ਪਰ ਗੁਰਬਾਣੀ 'ਚ ਕਿਧਰੇ ਵੀ ਸਰਵਣ ਦੀ ਵਡਿਆਈ ਨਹੀਂ। ਦੂਜੇ ਪਾਸੇ ਅਜਾਮਲ, ਗਨਕਾ, ਵਾਲਮੀਕ ਸਭ ਕੋ ਕਰਮ ਕਰਦੇ ਹੋਏ ਵੀ ਅਵਸਥਾ ਉਲਟਣ ਕਰਕੇ ਵਡਿਆਈ ਦੇ ਪਾਤਰ ਬਣੇ। ਮਾਂ ਬਾਪ ਦੀ ਸੇਵਾ ਮਹਾਨ ਹੈ, ਫਰਜ਼ ਸਮਝ ਕੇ ਕਰਨੀ ਬਣਦੀ ਹੈ, ਪਰ ਮਾਂ ਬਾਪ ਵੀ ਤ੍ਰੈ ਗੁਣੀ ਹੋਣ ਕਰਕੇ ਬੰਧਨ ਹਨ। ਬੰਧਨ ਮਾਤ ਪਿਤਾ ਸੰਸਾਰ, ਬੰਧਨ ਸੁਤ ਕੰਨਿਆ ਔਰ ਨਾਰ। ਕਰਮ ਧਰਮ ਸਭ ਬੰਧਨ ਹਨ ਜੇ ਦੂਜੇ ਭਾਉ 'ਚ ਕੀਤੇ ਜਾਂਦੇ ਹਨ। ਜੇ ਏਕੇ ਭਾਉ 'ਚ ਹਨ ਤਾਂ ਪਵਿੱਤਰ ਹਨ। ਭਰਤਰੀ ਜੋਗੀ ਨੇ ਹਿੰਦੂ ਸਮਾਜ ਦੀ ਬਰਾਤ ਨੂੰ ਬਿਨਾਂ ਲਾੜੇ ਦੀ ਬਰਾਤ ਲਿਖਿਆ ਹੈ। ਭਾਵ ਇਹ ਹੈ ਕਿ ਸਭ ਕਰਮ ਧਰਮ ਦੇਵੀ ਦੇਵਤਿਆਂ ਨਿਮਿਤ ਕੀਤੇ ਜਾਂਦੇ ਹਨ ਜੋ ਦੂਜੇ ਭਾਉ ਵਿੱਚ ਹਨ। ਸਿੱਖ ਧਰਮ ਦੀ ਵੀ ਇਹ ਟ੍ਰੈਜਡੀ ਦੁਖਾਂਤ ਬਣਦਾ ਜਾ ਰਿਹਾ ਹੈ ਕਿ ਬਰਾਤ 'ਚ ਲਾੜਾ ਤਾਂ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਜੀ, ਪਰ ਪ੍ਰਤੀਤ ਨਹੀਂ, ਇਹ ਬੁੱਝਣ ਨਾ ਕਰਕੇ ਹੈ। ਗਾਇਤਰੀ ਮੰਤਰ ਸੂਰਜ ਦੀ ਪੂਜਾ ਹੈ। ਰਿਗਵੇਦ ਦਾ ਪਹਿਲਾ ਸ਼ਲੋਕ ਵੀ ਅਗਨੀ ਦੇਵਤਾ ਦੀ ਉਸਤਤੀ 'ਚ ਹੈ। ਇਹ ਦੂਜਾ ਭਾਉ ਸਾਡੇ ਕਰਮ ਧਰਮ ਨੂੰ ਬੰਧਨ ਬਣਾ ਦਿੰਦਾ ਹੈ। ਬੰਧਨ ਕਰਮ ਧਰਮ ਹੋਂ ਕੀਆ। ਵਿਜ਼ਡਮ ਇਜ਼ ਨਾਟ ਇਨ ਵਰਡਸ ਬਟ ਮੀਨਿੰਗ ਵਿਦ ਇਨ ਵਰਡਸ। ਗੁਰੂ ਸਾਡੇ ਬੁੱਧੀ ਵਾਲੇ ਗਿਆਨ ਨੂੰ ਵਿਵੇਕ ਪ੍ਰਦਾਨ ਕਰਕੇ ਰੂਹਾਨੀ ਸਿਆਣਪ 'ਚ ਬਦਲ ਦਿੰਦਾ ਹੈ। ਕਈ ਵਿਦਵਾਨ ਫਰਜ਼ ਨੂੰ ਇਮਾਨਦਾਰੀ ਨਾਲ ਕਰਨ ਨੂੰ ਹੀ ਰੂਹਾਨੀਅਤ ਸਮਝਦੇ ਹਨ। ਡਿਊਟੀ ਇਜ਼ ਵਰਸ਼ਿਪ। ਪਰੰਤੂ ਜਦੋਂ ਬੁੱਝੀਏ ਤਾਂ ਇਮਾਨਦਾਰੀ ਦੀ ਡਿਊਟੀ ਤਾਂ ਇਖਲਾਕੀ ਹੁੰਦੀ ਹੈ। ਇਖਲਾਕ ਤੇ ਰੂਹਾਨੀਅਤ ਵਿੱਚ ਬਹੁਤ ਅੰਤਰ ਹੈ। ਇਖਲਾਕ ਮੋਰਲ ਤ੍ਰੈਗੁਣੀ ਹੈ, ਸਾਤਵਿਕ ਹੈ, ਪਰ ਇਹ ਆਪਣੀ ਕਮਾਈ ਹੈ, ਬਰੀਕ ਹਉਮੈ ਰਹਿੰਦੀ ਹੈ। ਡਿਵਿਨਿਟੀ ਗੁਰੂ ਬਖਸ਼ਿਸ਼ ਹੈ। ਸਾਡਾ ਇਸ ਤੇ ਕੋਈ ਜ਼ੋਰ ਨਹੀਂ ਹੈ। ਅਸੀਂ ਮੋਰੈਲਿਟੀ ਗ੍ਰਹਿਣ ਕਰ ਸਕਦੇ ਹਾਂ, ਪਰ ਸਪਿਰਚੁਅਲਿਟੀ ਕੇਵਲ ਤੇ ਕੇਵਲ ਗੁਰੂ ਨਾਇਤ ਹੈ। ਧਾਰਮਿਕ ਵਿਅਕਤੀ ਆਮ ਤੌਰ ਤੇ ਰੂਹਾਨੀ ਨਹੀਂ ਹੁੰਦਾ। ਰੂਹਾਨੀਅਤ ਦਾ ਬਾਹਰ ਦੇ ਪਹਿਰਾਵੇ ਅਤੇ ਕਰਮ ਧਰਮ ਨਾਲ ਵਾਸਤਾ ਨਹੀਂ। ਇਹ ਤ੍ਰੈ ਗੁਣੀ ਹਨ। ਰੂਹਾਨੀ ਹੋਣਾ ਤਾਂ ਵਿਰਲਿਆਂ ਚੋਂ ਵੀ ਵਿਰਲਾ ਹੁੰਦਾ ਹੈ। ਮਹਾਭਾਰਤ 'ਚ ਕ੍ਰਿਸ਼ਨ ਜੀ ਹੀ ਰੂਹਾਨੀ ਸਨ। ਬਾਕੀ ਧਰਮ ਗੁਰੂ ਭੀਸ਼ਮ ਪਿਤਾਮਾ, ਦ੍ਰੋਣਾਚਾਰੀਆ, ਕਿਰਪਾਚਾਰੀਆ ਆਦਿ ਸਭ ਸਤੋਗੁਣੀ ਸਨ। ਪਾਂਡੋ ਵੀ ਸਤੋਗੁਣੀ ਸਨ। ਕੌਰਵ ਰਜੋਗੁਣੀ ਸਨ। ਮਾਇਆ ਦੇ 3 ਗੁਣ ਇਹ ਹਨ। ਨੰਬਰ 1 ਤਮੋਗੁਣ, ਨੰਬਰ 2 ਰਜੋਗੁਣ, ਨੰਬਰ 3 ਸਤੋਗੁਣ। ਮਹਾਤਮਾ ਬੁੱਧ ਸਪਿਰਚੁਅਲ ਸਨ ਪਰ ਡਿਵਾਈਨ ਨਹੀਂ ਸਨ। ਡਿਵਿਨਿਟੀ ਦਾ ਤਾਲੁਕ ਪਰਮੇਸ਼ਰ ਨਾਲ ਹੈ। ਉਹ ਰੱਬ ਪ੍ਰਤੀ ਉਦਾਸੀਨ ਸਨ। ਆਤਮਾ ਦੀ ਪਵਿੱਤਰਤਾ ਤੇ ਹੀ ਜ਼ੋਰ ਦਿੰਦੇ ਸਨ। ਗੁਰੂ ਸਾਹਿਬਾਨ ਗੁਰਬਾਣੀ 'ਚ ਬਿਰਾਜਮਾਨ ਭਗਤ ਕ੍ਰਿਸ਼ਨ ਜੀ, ਰਾਮ ਜੀ, ਇਹ ਸਭ ਰੂਹਾਨੀ ਡਿਵਾਈਨ ਸਨ। ਪੜਿਆ ਨਹੀਂ ਭੇਦ, ਬੂਝਿਆ ਪਾਵਣਾ। ਪੜੇ ਗੁਣੇ ਤੂੰ ਬਹੁਤ ਪੁਕਾਰੈ, ਬਿਨ ਬੂਝੇ ਤੂੰ ਡੂਬ ਮੁਆ। ਜਹ ਜਹ ਦੇਖੋ ਤਹ ਤਹ ਸਾਚਾ, ਬਿਨ ਬੂਝੇ ਝਗੜਤ ਜਗ ਕਾਚਾ। ਝਗੜਾ ਮੁਕਦਾ ਹੀ ਬੂਝਣ ਨਾਲ ਹੈ, ਪੜਨ ਸੁਣਨ ਨਾਲ ਨਹੀਂ। ਹਮਰਾ ਝਗੜਾ ਰਹਾ ਨਾ ਕੋਊ, ਸਤ ਸੰਗਤ ਖੋਜਤ ਖੋਜਤ ਸੁਣੀਏ ਸੋਏ। ਸਾਧ ਸੰਗਤ ਬਿਨ ਤਰਿਓ ਨਾ ਕੋਏ। ਗੁਰਬਾਣੀ ਦਾ ਇਹ ਮਹਾਵਾਕ ਸਾਡੀ ਜ਼ਿੰਦਗੀ ਦਾ ਮਨੋਰਥ ਪ੍ਰਗਟ ਕਰਦਾ ਹੈ। ਕੋਈ ਵੀ ਬੰਦਾ ਬਿਨਾਂ ਸਾਧ ਸੰਗਤ ਤੋਂ ਪਰਮਾਤਮਾ ਦੀ ਪ੍ਰਾਪਤੀ ਨਹੀਂ ਕਰ ਸਕਦਾ, ਜਾਂ ਦੂਜੇ ਸ਼ਬਦਾਂ 'ਚ ਜੀਵ ਦੀ 84 ਨਹੀਂ ਕੱਟੀ ਜਾ ਸਕਦੀ। ਬੜੇ ਚੰਗੇ ਭਾਗਾਂ ਨਾਲ ਕਿਸੇ ਪੂਰਬਲੇ ਸੰਸਕਾਰ ਕਰਕੇ ਸਤ ਸੰਗਤ ਮਿਲਦੀ ਹੈ। ਸੰਗਤ ਕਰਦੇ ਤਾਂ ਲੱਖਾਂ ਹਨ, ਪਰ ਮਿਲਦੀ ਕਿਸੇ ਵਿਰਲੇ ਨੂੰ ਹੀ ਹੈ। ਭਾਵ ਸੰਗਤ ਦਾ ਰੰਗ ਕਿਸੇ ਨੂੰ ਹੀ ਚੜ੍ਹਦਾ ਹੈ। ਸਤਿਗੁਰੂ ਦੀ ਭੇਟਾ ਤੋਂ ਬਿਨਾਂ ਸੰਗਤ ਮਿਲ ਹੀ ਨਹੀਂ ਸਕਦੀ। ਭੇਟਾ ਕਿਸੇ ਵਿਰਲੇ ਨੂੰ ਹੁੰਦੀ ਹੈ। ਪੂਰੇ ਭਾਗ ਸਤ ਸੰਗਤ ਲਹੇ, ਸਤਿਗੁਰ ਭੇਟੇ ਜਿਸ ਆਏ। ਯਾਦ ਰਹੇ ਕਿ ਸੰਗਤ ਕਰਨੀ ਧਰਤੀ ਤੇ ਖੜੇ ਹੋਣਾ ਹੈ ਤੇ ਸੰਗਤ ਮਿਲਣੀ ਅਰਸ਼ਾਂ ਤੇ ਚੜ੍ਹੇ ਹੋਣ ਦੇ ਬਰਾਬਰ ਹੈ। ਇੱਕ ਸੰਸਕਾਰਾਂ ਦੁਆਰਾ ਪ੍ਰੇਰਿਤ ਆਪਣੀ ਹਿੰਮਤ ਵਾਲਾ ਕਰਮ ਹੈ ਤੇ ਦੂਜਾ ਗੁਰੂ ਬਖਸ਼ਿਸ਼ ਤੇ ਕੇਵਲ ਗੁਰੂ ਮਿਹਰ ਹੈ। ਇੱਕ ਅਧਿਆਤਮਕ ਸੰਸਾਰੀ ਕਰਮ ਹੈ ਤੇ ਦੂਜਾ ਰੂਹਾਨੀ ਤੇ ਨੂਰਾਨੀ ਕਰਮ ਹੈ।
कोई चंगा काम करने वाला सतोगुणी पुरुष हो सकता है, पर रूहानी होना गुरु नदर ते मनसर है। तुरिया या चौथा गुण भी संगत ही बनता है, पर बनता विरले का है जिस ते गुरु त्रुठ जावे। तुरिया गुण सत संगत पाईए नदरी पार उतारी। सरवण भगत सतोगुणी सी, मापिया की इच्छा अनुसार चंगा कर्म किया, लेकिन गुरबाणी च किते उसकी वडियाई नहीं। माँ बाप संसारी हुंदे हन, बंधन हुंदे हन। रूहानीयत अते देव दृष्टि केवल गुरु की बख्शिश है। दूजे पासे दुराचारी लोग अजामल गनका आद संगत करके ते गुरु परायण होके सचखंड पहुंचे। भगतां ते गुरु साहिबानां ने उन्हां दी वडियाई कीती है। आओ संगत करन ਅਤੇ ਸੰਗਤ ਮਿਲਣ ਦਾ ਫਰਕ ਨਿਰੂਪਣ ਕਰੀਏ। ਜਿਵੇਂ ਛੋਟੀਆਂ ਜਮਾਤਾਂ ਵਿੱਚ ਦੋ ਚੀਜ਼ਾਂ ਵਿੱਚ ਤੁਲਨਾ ਕਰਦੇ ਹੋਏ, ਉਸੇ ਤਰ੍ਹਾਂ ਇੱਕ ਪਾਸੇ ਸੰਗਤ ਕਰਨੀ ਤੇ ਦੂਜੇ ਪਾਸੇ ਸੰਗਤ ਮਿਲਣੀ ਨੂੰ ਅਨੁਭਵ ਕਰਦੇ ਹੋਏ ਵਿਚਾਰ ਕਰਾਂਗੇ। ਸੰਗਤ ਕਰਨੀ ਇਹ ਬਾਹਰੀ ਤੇ ਅਧਿਆਤਮਕ ਸੰਸਾਰੀ ਕਰਮ ਹੈ। ਸੰਗਤ ਮਿਲਣੀ ਇਹ ਦਿਵ ਜਾਂ ਨੂਰਾਨੀ ਕਰਮ ਹੈ। ਸੰਗਤ ਕਰਨੀ ਇੱਥੇ ਕੋਈ ਗੁਰੂ ਭੇਟ ਨਹੀਂ। संगत मिलनी, संगत गुरु भेट बिना मिल ही नहीं सकती, ये अंदरूनी प्रक्रिया है। संगत करनी ये अपनी हिम्मत ते कोशिश है, भावें के पूर्वले संस्कार प्रेरते हैं। संगत मिलनी कोई प्रयास नहीं मिला सकता। संगत नूं केवल ते केवल गुरु नदर है। संगत करनी मन ते हिरदा बदलते हैं। संगत मिलनी इत्थे सब कुछ बदल के उल्टी हो जाती है। संगत करनी रब का डर किसी वेले हो सकता है, पर हर वक्त नहीं। संगत मिलनी विच निर्मल भाव हर वक्त बन जाता है। संगत करनी विच इंसानी जामा दोबारा मिल सकता है। संगत मिलनी विच 84 कट्टी जाती है ते सहज प्राप्त करके ब्रह्म च लीन हो जाता है। जीवन मृतक हो जाता है। संगत करन नाल तृष्णा बुझदी है। संगत मिलना तृष्णा बुझ के संतोखी बन जाता है। संगत करन नाल अनेक लोग लखां दी संगत करते होणगे। संगत मिलन विच संगत किसी विरलियां चों ही किसी विरले नूं मिलदी है। संगत करनी ये आम तौर ते कन्ना जेबा ते मन दा विषय है। संगत मिलनी इत्थे कंन जेबा ते हिरदा सारे ही शामिल हैं। संगत करन नाल सुरत उच्ची नहीं हुंदी, बल्कि कई वेर मन ही उच्चा हो जाता है। संगत मिलण नाल इत्थे सुरत उच्ची ते मन नीवा होना सुभाविक है। संगत करन वाले केवल जाप कर सकते हैं। संगत दे मिलण नाल गुरु सिमरन बख्श दिंदा है। नानक सिमरन पूरे भाग। संगत करन वाला गुरबाणी केवल पढ़ता है। मिली संगत वाला जप बना के पढ़ता है, आत्मा जगा के पढ़ता है। संगत करन वाले नूं केवल शरीरां दा इकट्ठ ते रंग रूप ही दिसदा है। संगत की प्राप्ति वाले नूं संगत च मौजूद मकरंद नजर आउंदा है, जिवें फुੱਲ विच मकरंद मधुमक्खी ही मानदी है। अनेकां ही जगह श्री गुरु ग्रंथ साहिब जी विच संगत दे मिलण दी वडियाई कीती है। भावें संगत करन दा फायदा हुंदा है। कबीर संगत करिए साधकी अंत करे निर्वाह। इत्थे भी संगत करन दे कर्म नूं अंत तक लै जाण दा इशारा है, भाव कि संगत मिलण दा। सत संगत मिल बुद्ध विवेक। मेरे माधो जी सत संगत मिले सो तरिया। मिल साध संगत भज केवल नाम। मिल पानी ज्यों हरे बूट। साध संगत त्यों हਉ में छूट। वाहिगुरू जी का खालसा, वाहिगुरू जी की फतेह।